ਬਚਨ ਬੇਦਿਲ ਦਾ ਲੇਖ ਹੈ ਪੰਜਾਬੀ ਗੀਤਕਾਰੀ ਦਾ ਸਿਰਦਾਰ ਦੇਵ। ਪੰਜਾਬੀ ਗੀਤਕਾਰੀ ਦੀ ਇੱਕ ਸੁਨਹਿਰੀ ਸਫ਼ੇ ਦਾ ਨਾਂ ਹੈ ਦੇਵ ਤਰੀਕੇਵਾਲਾ। ਦੇਵ ਸਾਹਿਬ ਨੇ ਲਗਭਗ 3 ਦਹਾਕੇ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਉਹ ਸਿਰਦਾਰੀ ਕੀਤੀ ਜੋ ਅੱਜ ਤੱਕ ਕਾਇਮ ਹੈ। ਪੰਜਾਬੀ ਗੀਤਕਾਰੀ ਦੀ ਮਖਮਲੀ ਫੁਲਕਾਰੀ ਤੇ ਅਜਿਹੇ ਤੋਤੇ ਘੁੱਗੀਆਂ ਤੇ ਕਲਹਿਰੀ ਮੋਰ ਪਾਏ ਜੋ ਅੱਜ ਤੱਕ ਪੰਜਾਬ ਦੀ ਰੰਗਲੀ ਫਿਜ਼ਾ ਦੇ ਅੰਦਰ ਉਡਾਰੀਆਂ ਮਾਰ ਰਹੇ ਹਨ। ਦੇਵ ਸਾਹਿਬ ਨੇ ਪੰਜਾਬੀ ਮਾਂ ਬੋਲੀ ਨੂੰ ਆਪਣੀ ਜਿਉਣ ਜੋਗੀ ਕਲਮ ਨਾਲ ਰੀਝਾਂ ਲਾ ਲਾ ਕੇ ਸ਼ਿੰਗਾਰਿਆ। ਰਾਂਝਾ ਹੀਰ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ, ਲੈਲਾ ਮਜਨੂ ਤੇ ਸ਼ੀਰੀ ਫਰਹਾਦ ਵਰਗੇ ਪਾਕ ਪਵਿੱਤਰ ਆਸ਼ਕਾਂ ਦੀਆਂ ਕਹਾਣੀਆਂ ਤੇ ਜਿਉਣਾ ਮੌੜ, ਸੁੱਚਾ ਸੂਰਮਾ, ਦੁੱਲਾ ਭੱਟੀ ਵਰਗੇ ਲੋਕ ਨਾਇਕਾਂ ਦਿਆਂ ਕਾਰਨਾਮਿਆਂ ਨੂੰ ਕਲੀਆਂ, ਗੀਤਾਂ ਤੇ ਵਾਰਾਂ ਰਾਹੀਂ ਮੁੜ ਸੁਰਜੀਤ ਕਰਨ ਦਾ ਸਿਹਰਾ ਵੀ ਦੇਵ ਸਾਹਿਬ ਦੀ ਸੁਨੱਖੀ ਕਲਮ ਨੂੰ ਜਾਂਦਾ ਹੈ। ਦੇਵ ਸਾਹਿਬ ਲਈ ਮੇਰੇ ਮਨ 'ਚ ਅਪਾਰ ਸ਼ਰਧਾ ਹੈ ਤੇ ਪਵਿੱਤਰ ਸਤਿਕਾਰ ਹੈ, ਕਿਉਂਕਿ ਮੈਂ ਵੀ ਉਹਨਾਂ ਦੇ ਲੱਖਾਂ ਹੋਰ ਸਰੋਤਿਆਂ ਵਾਂਗ ਲੋਰੀ ਦੀ ਰੁੱਤ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਲਿਖੇ ਅਨਮੋਲ ਸੰਦਲੀ ਬੋਲਾਂ ਨੂੰ ਮਾਣਦਾ ਆ ਰਿਹਾ। ਅੱਜ ਤੋਂ ਤਕਰੀਬਨ 2 ਕੁ ਦਹਾਕੇ ਪਹਿਲਾਂ ਅਸੀਂ ਕਿੰਨਾ ਚਿਰ ਦੇਰ ਰਾਤ ਤੱਕ ਖੁੰਡਾਂ ਤੇ ਬੈਠੇ ਵਿਆਹਾਂ 'ਚ ਲੱਗੇ ਸਪੀਕਰਾਂ ਤੇ ਦੇਵ ਸਾਹਿਬ ਦੀਆਂ ਲਿਖੀਆਂ ਕਲੀਆਂ ਸੁਣਦੇ ਹੁੰਦੇ ਸੀ। ਟਿੱਕੀ ਰਾਤ ਵਿੱਚ ਜਦੋਂ ਦੇਵ ਸਾਹਿਬ ਦੇ ਲਿਖੇ ਕੁਲਦੀਪ ਮਾਣਕ ਦੀ ਸਿਖਰ ਦੁਪਹਿਰੇ ਵਰਗੀ ਆਵਾਜ਼ ਵਿੱਚ ਗਾਏ ਮਖਮਲੀ ਬੋਲ ਕੰਨਾਂ 'ਚ ਪੈਂਦੇ ਤਾਂ ਸੱਚਮੁੱਚ ਹੀ ਰੂਹ ਧੁਰ ਅੰਦਰ ਤੱਕ ਨਸ਼ਿਆ ਜਾਂਦੀ। ਜਦੋਂ ਦੇਵ ਸਾਹਿਬ ਦੀ ਲਿਖੀ ਕਲੀ ਤੇਰੇ ਟਿੱਲੇ ਉੱਤੋਂ ਸੂਰਤ ਦੀਂਦੀ ਹੈ ਹੀਰ ਦੀ ਸੁਣਦੇ ਹਾਂ ਤਾਂ ਸ਼ੱਕ ਜਿਹਾ ਪੈਂਦਾ ਹੈ ਜਿਵੇਂ ਵਾਰਿਸ ਸ਼ਾਹ ਦੂਸਰੇ ਜਨਮ ਵਿੱਚ ਦੇਵ ਬਣ ਕੇ ਹੀਰ ਦੀ ਖੂਬਸੂਰਤੀ ਨੂੰ ਬਿਆਨ ਕਰ ਰਿਹਾ ਹੋਵੇ। ਦੇਵ ਸਾਹਿਬ ਦੇ ਕਿਹੜੇ ਗੀਤ ਦਾ ਜ਼ਿਕਰ ਕਰੀਏ। ਉਹਨਾਂ ਦਾ ਲਿਖਿਆ ਹਰ ਇੱਕ ਅੱਖਰ, ਹਰ ਇੱਕ ਸ਼ਬਦ ਲੋਕ ਦਿਲਾਂ ਤੇ ਉਕਰਿਆ ਪਿਆ ਹੈ। ਜਿਵੇਂ ਮੈਨੂੰ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਣੀ ਦੇਸ਼ ਪ੍ਰੇਮ ਦੇ ਵਿਸ਼ੇ ਤੇ ਗਾਇਆ ਸਭ ਤੋਂ ਮਹਿੰਗਾ ਗੀਤ ਜਾਪਦਾ ਹੈ, ਉਸੇ ਤਰ੍ਹਾਂ ਮਾਂ ਤੇ ਲਿਖਿਆ ਦੇਵ ਸਾਹਿਬ ਦਾ ਗੀਤ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਮਾਂ ਦੀ ਮਮਤਾ ਦੇ ਵਿਸ਼ੇ ਦਾ ਇਸ ਦੁਨੀਆ ਤੇ ਸਭ ਤੋਂ ਭਾਰਾ ਗੀਤ ਮਹਿਸੂਸ ਹੁੰਦਾ ਹੈ। ਜੇ ਕਿਤੇ ਅੱਖਾਂ ਮੀਟ ਕੇ ਦੇਵ ਸਾਹਿਬ ਦੀ ਲਿਖੀ ਕੌਲਾਂ ਭਗਤਨੀ ਸੁਣੀਏ ਤਾਂ ਹੂ ਬਹੂ ਜੰਗਲ 'ਚ ਭਟਕਦੀ, ਪਾਟੇ ਲੀੜਿਆਂ ਵਿੱਚ ਲਿਪਟੀ, ਭੱਠੀ ਦੇ ਬਾਲਣ ਲਈ ਡੱਕੇ ਚੁਗਦੀ ਇੱਕ ਮਾਸੂਮ ਤੇ ਉਦਾਸ ਜਿਹੀ ਮਜਬੂਰ ਮੁਟਿਆਰ ਨਜ਼ਰ ਆਉਂਦੀ ਹੈ। ਜਦੋਂ ਮੈਂ ਕੱਚੇ ਘਰਾਂ ਦੇ ਹਾਰਿਆਂ ਵਿੱਚ ਕੱਢਦੇ ਕੱਚੇ ਦੁੱਧ ਦੀ ਮਹਿਕ ਵਰਗੇ ਗੀਤਾਂ ਦੇ ਲਿਖਾਰੀ ਹਰਦੇਵ ਦਿਲਗੀਰ ਨੂੰ ਮਿਲਿਆ ਨਹੀਂ ਸੀ ਤਾਂ ਮੈਂ ਮਨ ਵਿੱਚ ਉਹਨਾਂ ਬਾਰੇ ਕਿੰਨਾ ਕੁਝ ਸੋਚਦਾ ਰਹਿੰਦਾ ਤੇ ਖਿਆਲਾਂ ਵਿੱਚ ਇਹਨਾਂ ਦੇ ਨਕਸ਼ ਤਰਾਸ਼ਦਾ ਰਹਿੰਦਾ। ਦੇਵ ਸਾਹਿਬ ਦੇ ਨਾਮ ਮੁਤਾਬਕ ਮੈਨੂੰ ਲੱਗਦਾ ਸੀ ਕਿ ਵਾਕਿਆ ਹੀ ਇਹ ਸ਼ਖਸ ਕੋਈ ਅਰਸ਼ਾਂ ਤੋਂ ਉਤਰਿਆ ਦੇਵ ਪੁਰਸ਼ ਹੋਏਗਾ। ਇਸੇ ਕਰਕੇ ਮੈਂ ਉਹਨਾਂ ਦੇ ਦਰਸ਼ਨ ਕਰਨ ਲਈ ਘਰੋਂ ਭੱਜ ਕੇ ਲੁਧਿਆਣੇ ਦੀ ਬੁੱਕਲ ਵਿੱਚ ਵਸਦੇ ਪਿੰਡ ਤਰੀਕੇ ਜਾ ਪਹੁੰਚਿਆ। ਉਸ ਵੇਲੇ ਕੁਲਦੀਪ ਮਾਣਕ ਵੀ ਤਰੀਕੇ ਪਿੰਡ 'ਚ ਰਹਿੰਦੇ ਸੀ। ਮੈਂ ਤਕਰੀਬਨ 1 ਹਫ਼ਤਾ ਤਰੀਕਿਆਂ ਦੇ ਗੁਰਦੁਆਰੇ ਸਾਹਿਬ ਵਿੱਚ ਰਿਹਾ। ਇਸ ਦੌਰਾਨ ਮੇਰੀ ਦੋਸਤੀ ਦੇਵ ਸਾਹਿਬ ਦੇ ਛੋਟੇ ਸਪੁੱਤਰ ਬਿੱਟੂ ਨਾਲ ਹੋ ਗਈ ਸੀ, ਜੋ ਕਿ ਅੱਜ ਕੱਲ੍ਹ ਅਮਰੀਕਾ 'ਚ ਰਹਿੰਦਾ ਹੈ। ਬਿੱਟੂ ਦੇ ਜ਼ਰੀਏ ਮੈਂ ਦੇਵ ਸਾਹਿਬ ਕੋਲ ਉਹਨਾਂ ਨੂੰ ਆਪਣਾ ਉਸਤਾਦ ਧਾਰਨ ਦੀ ਇੱਛਾ ਜ਼ਾਹਰ ਕੀਤੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪ ਜੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਹਾਂ। ਉਹਨਾਂ ਨੇ ਮੈਨੂੰ ਤਹਿ ਦਿਲੋਂ ਪਿਆਰ ਦੇ ਕੇ ਮੇਰੇ ਮੋਢੇ 'ਤੇ ਆਸ਼ੀਰਵਾਦੀ ਹੱਥ ਰੱਖਿਆ। ਇੱਥੇ ਇਹ ਗੱਲ ਮੈਂ ਪੂਰੀ ਇਮਾਨਦਾਰੀ ਨਾਲ ਦੱਸਣ ਦਾ ਮਾਣ ਮਹਿਸੂਸ ਕਰ ਰਿਹਾ ਕਿ ਜੇਕਰ ਮੈਂ ਦੇਵ ਸਾਹਿਬ ਦੇ ਲਿਖੇ ਗੀਤ ਨਾ ਸੁਣਦਾ ਤਾਂ ਸ਼ਾਇਦ ਮੇਰਾ ਖੇਤਰ ਅੱਜ ਕੁਝ ਹੋਰ ਹੀ ਹੁੰਦਾ। ਇਸ ਤੋਂ ਬਾਅਦ ਮੈਂ ਅਨੇਕਾਂ ਵਾਰ ਦੇਵ ਸਾਹਿਬ ਦੀ ਸੰਗਤ ਕੀਤੀ ਤੇ ਰਸਮੀ ਤੇ ਗੈਰ ਰਸਮੀ ਮਹਿਫਿਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਮਹਿਫਿਲਾਂ ਦੀਆਂ ਅਨੇਕਾਂ ਮਹਿੰਦੀ ਰੰਗੀਆਂ ਯਾਦਾਂ ਮੈਂ ਅੱਜ ਵੀ ਆਪਣੇ ਚੇਤੇ ਵਿੱਚ ਸੰਭਾਲੀ ਫਿਰਦਾ ਹਾਂ। ਜਦੋਂ ਕਦੇ ਗੱਲਾਂ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਕਿ ਉਸਤਾਦ ਜੀ ਤੁਹਾਨੂੰ ਕਿਹੜੇ ਗੀਤਕਾਰ ਚੰਗੇ ਲੱਗਦੇ ਹਨ ਤਾਂ ਉਹਨਾਂ ਨੇ ਹੱਸ ਕੇ ਆਖਣਾ, ਬਚਨ ਸਿਆਂ ਸਾਰੇ ਮੈਥੋਂ ਵਧੀਆ ਲਿਖਦੇ ਨੇ। ਇੰਨੀ ਹਲੀਮੀ ਤੇ ਨਿਮਰਤਾ ਮੈਂ ਅੱਜ ਤੱਕ ਕਿਸੇ ਗੀਤਕਾਰ ਵਿੱਚ ਨਹੀਂ ਵੇਖੀ। ਜਿੰਨਾ ਕੁ ਦੇਵ ਸਾਹਿਬ ਨੂੰ ਮੈਂ ਨੇੜਿਓਂ ਵੇਖਿਆ ਉਸ ਮੁਤਾਬਕ
ਦੇਵ ਸਾਹਿਬ ਇੱਕ ਵੱਡੇ ਗੀਤਕਾਰ ਹੋਣ ਦੇ ਨਾਲ-ਨਾਲ ਇੱਕ ਜ਼ਿੰਦਾ ਦਿਲ ਇਨਸਾਨ ਵੀ ਹਨ। ਮਨੁੱਖਤਾ ਦੀ ਮਹਿਕ ਉਹਨਾਂ ਦੀਆਂ ਸਿਆਣੀਆਂ ਗੱਲਾਂ ਵਿੱਚੋਂ ਡੁੱਲ ਪੈਂਦੀ ਹੈ। ਘਰ ਗਏ ਹਰ ਇੱਕ ਮਹਿਮਾਨ ਨੂੰ ਉਹ ਇਹਨਾਂ ਸਤਰਾਂ ਨਾਲ ਨਿਵਾਜਦੇ ਹੋਏ ਜੀ ਆਇਆਂ ਆਖਦੇ ਹਨ। ਮੇਰੇ ਘਰ ਦੀ ਦੇਹਲੀ ਬੂਹੇ ਬਾਰੀਆਂ, ਤੈਨੂੰ ਸੱਜਣਾ ਇਹ ਉਡੀਕਣ ਸਾਰੀਆਂ। ਮੈਂ ਪੰਜਾਬੀ ਗੀਤਕਾਰੀ ਦੇ ਸਿਰਦਾਰ ਦੇਵ ਥਰੀਕਿਆਂ ਵਾਲੇ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਇਸ ਆਪਣੇ ਮਹਿਬੂਬ ਉਸਤਾਦ ਗੀਤਕਾਰ ਦੇ ਪਾਕ ਚਰਨਾਂ ਵਿੱਚ ਆਪਣਾ ਸੱਚਾ ਸੁੱਚਾ ਸਤਿਕਾਰ ਭੇਟ ਕਰਦਾ ਹਾਂ। ਸੁਰਿੰਦਰ ਸਿੰਘ ਕਰਮ ਲਧਾਣਾ ਦਾ ਲੇਖ ਹੈ ਪੰਜਾਬੀ ਗੀਤਕਾਰੀ ਦੀ ਅਮਰ ਲੋਕ ਗਾਥਾ। ਪੰਜਾਬੀ ਲੋਕ ਕਿੱਸਿਆਂ ਨੂੰ ਗੀਤਾਂ ਦੇ ਰੂਪ ਵਿੱਚ ਆਮ ਖਾਸ ਪੰਜਾਬੀ ਤੱਕ ਕਲੀ ਗਾਇਕੀ ਜ਼ਰੀਏ ਪੁੱਜਦਾ ਕਰਨ ਵਾਲਾ ਗੀਤਕਾਰ ਹਰਦੇਵ ਦਿਲਗੀਰ, ਜਿਹੜਾ ਕਿ ਆਪਣੇ ਗੀਤਾਂ 'ਚ ਆਪਣੇ ਘਰ ਦੇ ਨਾਂ ਦੇਵ ਨਾਲ ਆਪਣੇ ਪਿੰਡ ਦਾ ਨਾਂ ਥਰੀਕੇ ਲਾ ਕੇ ਦੇਵ ਥਰੀਕੇ ਵਾਲਾ ਕਰਕੇ ਵੱਧ ਜਾਣਿਆ ਜਾਂਦਾ ਹੈ। ਦੇਵ ਥਰੀਕੇ ਵਾਲਾ ਪੰਜਾਬੀ ਗੀਤਕਾਰੀ ਦੀ ਝੋਲੀ 'ਚ ਇੰਨਾ ਕੁਝ ਪਾ ਚੁੱਕਾ ਹੈ ਕਿ ਉਹ ਖੁਦ ਲੋਕ ਗਾਥਾ ਜਿਹਾ ਨਾਮ ਬਣ ਗਿਆ ਹੈ। ਮੇਰੀ ਉਸ ਨਾਲ ਵਾਕਫੀਅਤ ਸਕੂਲ ਪੜ੍ਹਦੇ ਸਮੇਂ ਉਹਦੇ ਲਿਖੇ ਤਵੇ ਉੱਚਾ ਬੁਰਜ ਲਾਹੌਰ ਦਾ ਨੇ ਕਰਾਈ ਸੀ। ਇਸ ਰਿਕਾਰਡ ਨੇ ਇਹਦੇ ਗਾਇਕ ਸੁਰਿੰਦਰ ਛਿੰਦੇ ਨੂੰ ਵੀ ਤੇ ਇਹਦੇ ਰਚੈਤਾ ਦੇਵ ਨੂੰ ਵੀ ਲਾਹੌਰ ਦੇ ਬੁਰਜ ਵਾਂਗ ਉੱਚਾ ਸੁੱਚਾ ਨਾਮ ਬਣਾ ਦਿੱਤਾ ਸੀ। ਉਸ ਨਾਲ ਮੇਰੀ ਦੂਜੀ ਭੇਂਟ ਉਹਦੀ ਕਹਾਣੀ ਸੰਗ੍ਰਹਿ ਜੈਲਦਾਰਨੀ ਕਰਕੇ ਹੋਈ ਸੀ। ਇਸ ਕਿਤਾਬ ਦੇ ਪਿੱਛੇ ਛਪੀ ਉਹਦੀ ਬਿੱਲੀਆਂ ਤੇ ਚਮਕਦਾਰ ਅੱਖਾਂ ਤੇ ਕਾਲੀ ਸਿਆਹ ਦਾੜੀ ਵਾਲੀ ਫੋਟੋ ਅਜੇ ਵੀ ਮੇਰੀਆਂ ਅੱਖਾਂ 'ਚ ਜਿਉਂ ਦੀ ਤਿਉਂ ਛਪੀ ਹੋਈ ਹੈ। ਜੈਲਦਾਰਨੀ ਦੀਆਂ ਕਹਾਣੀਆਂ ਨੂੰ ਮੈਂ ਸਵਾਦ ਲੈ ਕੇ ਪੜ੍ਹਿਆ ਸੀ ਤੇ ਮੈਂ ਕਹਿ ਸਕਦਾ ਕਿ ਪੰਜਾਬੀ ਕਹਾਣੀ ਨਾਲ ਵੀ ਉਹਨੇ ਹੀ ਮੇਰੀ ਪਹਿਲੀ ਮਿਲਣੀ ਕਰਾਈ ਸੀ ਤੇ ਮੈਂ ਅੱਜ ਵੀ ਪੰਜਾਬੀ ਕਹਾਣੀ ਦਾ ਕੱਟੜ ਪਾਠਕ ਹਾਂ। ਦੇਵ ਸਾਹਿਬ ਨੇ ਆਪਣੀਆਂ ਕਹਾਣੀਆਂ ਰਾਹੀਂ ਨਾ ਜਾਣੇ ਮੇਰੇ ਜਿਹੇ ਕਿੰਨੇ ਪਾਠਕ ਪੰਜਾਬੀ ਸਾਹਿਤ ਦੇ ਲੜ ਨਾਲ ਪੱਕੇ ਬੱਧੇ ਹੋਣਗੇ। ਜੇਕਰ ਇਹਨੂੰ ਅਤਕਥਨੀ ਨਾ ਖਿਆਲਿਆ ਜਾਵੇ ਤਾਂ ਮੈਂ ਬੜੇ ਖੁੱਲ੍ਹ ਕੇ ਕਹਿ ਸਕਦਾ ਕਿ ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਇਤਿਹਾਸ ਵਿੱਚ ਕਲੀ ਰਚਨਾ ਦੇ ਪੰਨਿਆਂ ਨੂੰ ਪੱਕੀ ਤਰ੍ਹਾਂ ਜੋੜਨ ਵਾਲਾ ਦੇਵ ਹੀ ਹੈ। ਸਾਡੇ ਕਲੀਆਂ ਦੇ ਬਾਦਸ਼ਾਹ ਕਹਾਉਂਦੇ ਲੋਕ ਗਾਇਕ ਕੁਲਦੀਪ ਮਾਣਕ ਦੀ ਗਾਇਕੀ ਨੂੰ ਪ੍ਰਸਿੱਧੀ ਦੀ ਜਵਾਨੀ ਦੇਵ ਥਰੀਕੇ ਵਾਲੇ ਦੀਆਂ ਕਲੀਆਂ ਤੇ ਗੀਤਾਂ ਨੇ ਦਵਾਈ ਹੈ। ਲੈ ਕੇ ਕਲਗੀਧਰ ਤੋਂ ਥਾਪੜਾ ਵਾਲਾ ਧਾਰਮਿਕ ਗੀਤ ਕਦੇ ਮਾਣਕ ਦੀ ਗਾਇਕੀ ਨੂੰ ਮਿਟਣ ਨਹੀਂ ਦੇ ਸਕਦਾ। ਛੇਤੀ ਕਰ ਸਰਵਣ ਪੁੱਤਰਾ, ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ ਵਰਗੇ ਦਰਜਨਾਂ ਗੀਤਾਂ ਨੇ ਕੁਲਦੀਪ ਮਾਣਕ ਨੂੰ ਯੁੱਗ ਗਾਇਕ ਤੇ ਦੇਵ ਥਰੀਕੇ ਵਾਲੇ ਨੂੰ ਯੁੱਗ ਕਲਮਕਾਰ ਬਣਾ ਦਿੱਤਾ। ਓਪੇਰਾ ਰਚਨਾ ਦੇਵ ਥਰੀਕੇ ਵਾਲੇ ਦੀ ਕਲਮ ਦੇ ਸੁਨਹਿਰੇ ਯੁੱਗ ਦੀ ਬਾਤ ਹੈ। ਮਿਸਾਲ ਵਜੋਂ ਉਹਦਾ ਲਿਖਿਆ ਓਪੇਰਾ ਜਿਉਣਾ ਮੋੜ ਰਹਿੰਦੀ ਦੁਨੀਆ ਤੱਕ ਕਿਸੇ ਸ਼ਿਲਾਲੇਖ ਵਾਂਗ ਚੇਤਿਆਂ 'ਚ ਉਕਰਿਆ ਰਹਿਣਾ ਹੈ। ਉਹਦੇ ਇਸੇ ਓਪੇਰੇ ਨੇ ਉਹਦੇ ਨਾਂ ਨੂੰ ਪਾਉਣ ਦੇ ਪਿੰਡੇ ਤੇ ਉੱਕਰ ਦਿੱਤਾ ਸੀ। ਸੁਰਿੰਦਰ ਛਿੰਦੇ ਤੇ ਕੁਲਦੀਪ ਮਾਣਕ ਦੇ ਸੁਚੱਜੇ ਮੁਕਾਬਲੇ ਨੂੰ ਹਵਾ ਦੇ ਕੇ ਤਾਈ ਰੱਖਣ ਵਾਲੇ ਉਹਦੇ ਗੀਤ ਹੀ ਹਨ। ਇਸ ਮੁਕਾਬਲੇ ਨੂੰ ਧੁਰੰਬਰਾਂ ਤੱਕ ਉਚਾਈ ਦੇਣ ਵਾਲਾ ਦੇਵ ਥਰੀਕੇ ਵਾਲਾ ਪੰਜਾਬੀ ਗੀਤਕਾਰੀ ਦਾ ਬਜ਼ੁਰਗ ਨਾਂ ਹੈ, ਜਿਹਦੀ ਹਿੱਕ 'ਚ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਇਤਿਹਾਸ ਸਾਂਭਿਆ ਪਿਆ ਹੈ। ਤੋ ਇਸ ਇਤਿਹਾਸ ਦਾ ਸਜੀਵ ਪਾਤਰ ਹੈ, ਜਿਹਨੇ ਜਿੱਥੇ ਮੁਹੱਬਤ ਦੀ ਬਾਤ ਪਾਉਂਦੇ ਲੋਕ ਕਿੱਸਿਆਂ ਨੂੰ ਆਪਣੇ ਗੀਤਾਂ ਦਾ ਆਧਾਰ ਬਣਾਇਆ, ਉੱਥੇ ਸੋਲੋ ਗੀਤਾਂ 'ਚ ਉਸ ਅਨੇਕਾਂ ਮਾਰਕੇ ਮਾਰੇ ਹਨ। ਇਹਨਾਂ ਬੇਸ਼ੁਮਾਰ ਮਾਰਕਿਆਂ ਵਿੱਚ ਉਹਦੇ ਦੁਗਾਣਿਆਂ ਦੇ ਮਾਰਕਿਆਂ ਦਾ ਜ਼ਿਕਰ ਵੀ ਖਾਸ ਜਗ੍ਹਾ ਰੱਖਦਾ ਹੈ। ਗੁਲਸ਼ਨ ਕੋਮਲ ਸੁਰਿੰਦਰ ਸੋਨੀਆ ਨਾਲ ਗਾਏ ਸੁਰਿੰਦਰ ਛਿੰਦੇ ਤੇ ਮਾਣਕ ਦੇ ਦੋ ਗਾਣਿਆਂ ਨੂੰ ਚੇਤਿਆਂ 'ਚੋਂ ਕਦੀ ਮਿਟਾਇਆ ਨਹੀਂ ਜਾ ਸਕਦਾ। ਗੁਲਸ਼ਨ ਕੋਮਲ ਤੇ ਕੁਲਦੀਪ ਮਾਣਕ ਦਾ ਗਾਇਆ ਦੋ ਗਾਣਾ ਘਰੇ ਚੱਲ ਕੱਢੂ ਰੜਕਾਂ ਪਰਿਵਾਰਕ ਦੋ ਗਾਣਿਆਂ ਦੀ ਉੱਤਮ ਮਿਸਾਲ ਹੈ। ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦੇ ਤੋਂ ਇਲਾਵਾ ਜਗਮੋਹਨ ਕੌਰ, ਕੇ ਦੀਪ, ਕਰਮਜੀਤ ਧੂਰੀ ਨੇ ਕਈ ਸਹਿ ਗਾਇਕਾਵਾਂ ਨਾਲ ਦੇਵ ਦੇ ਲਿਖੇ ਦੋ ਗਾਣੇ ਗਾਏ ਹਨ, ਜਿਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ।
ਦੇਵ ਤਰੀਕੇ ਵਾਲੇ ਦੀ ਗੀਤਕਾਰੀ ਨੇ ਸੰਸਾਰ ਪ੍ਰਸਿੱਧ ਉਹਦੇ ਲਿਖੇ ਗੀਤ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਨਾਲ ਪੰਜਾਬੀ ਗੀਤਕਾਰੀ 'ਚ ਚੋਟੀ ਵਾਲਾ ਥਾਂ ਆਪਣੇ ਲਈ ਮਹਿਫੂਜ਼ ਕਰ ਲਿਆ। ਇਸ ਗੀਤ ਨੇ ਜਿੱਥੇ ਲੋਕ ਗਾਇਕ ਕੁਲਦੀਪ ਮਾਣਕ ਦੀ ਗਾਇਕੀ ਨੂੰ ਵਿਹੜੇ ਵਿਹੜੇ ਵਸਾ ਦਿੱਤਾ, ਉੱਥੇ ਦੁਨੀਆ ਦੇ ਸਭ ਤੋਂ ਪਵਿੱਤਰ ਰਿਸ਼ਤੇ ਮਾਂ ਦੇ ਮਹੱਤਵ ਨੂੰ ਪ੍ਰਚਾਰਿਆ। ਦੇਵ ਨੇ ਇਹ ਗੀਤ ਲਿਖ ਕੇ ਦੁਨੀਆ ਦੀਆਂ ਮਾਵਾਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ ਹਨ। ਬਤੌਰ ਅਧਿਆਪਕ ਸਰਦਾਰ ਹਰਦੇਵ ਸਿੰਘ ਚਾਹੇ ਸੇਵਾ ਮੁਕਤ ਹੋ ਗਿਆ, ਪਰ ਬਤੌਰ ਗੀਤਕਾਰ ਲੇਖਕ ਉਹਦੀ ਕਲਮ ਨੇ ਕਦੇ ਨਹੀਂ ਥੱਕਣਾ ਤੇ ਨਾ ਹੀ ਪਰਮਾਤਮਾ ਕਰੇ ਉਹ ਥੱਕੇ। ਹੁਣ ਵੀ ਨਵੇਂ ਗਾਇਕ ਉਹਦੇ ਗੀਤਾਂ ਨੂੰ ਗਾਈ ਜਾ ਰਹੇ ਹਨ ਤੇ ਦੇਵ ਤਰੀਕੇ ਵਾਲਾ ਕਿਸੇ ਯੋਗੀ ਵਾਂਗ ਗੀਤ ਰਚਨਾ ਦੀ ਭਗਤੀ ਸਮਾਧੀ ਸਥਿਤ ਹੈ। ਕੁਝ ਅਰਸਾ ਪਹਿਲਾਂ ਮੈਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲਿਆ। ਮੈਂ ਤੇ ਮੇਰੇ ਗਾਇਕ ਮਿੱਤਰ ਦਿਲਾਵਰ ਮੋਤੀ, ਗੁਰਚਰਨ ਪੱਲੀ ਚਿੱਕੀ, ਗੀਤਕਾਰ ਗੁਰਨੇਕ ਰਾਠੀ, ਜ਼ਿਲ੍ਹਾ ਮਾਜਰਾ ਤੇ ਰੋਸ਼ੀ ਭੰਗਲਾ ਵਾਲਾ ਵਾਹਵਾ ਹਨੇਰੇ ਹੋਏ ਉਹਨਾਂ ਦੇ ਘਰ ਪੁੱਜੇ ਸਾਂ। ਉਹਨਾਂ ਨੂੰ ਮਿਲਣ ਤੋਂ ਪਹਿਲਾਂ ਅਸੀਂ ਸਾਰੇ ਜਣੇ ਧੂਰੀ ਤੋਂ ਗਾਇਕ ਕਰਮਜੀਤ ਧੂਰੀ ਨੂੰ ਮਿਲ ਕੇ ਆਏ ਸਾਂ। ਧੂਰੀ ਜੀ ਨੇ ਆਪਣੇ ਗਾਇਨ ਸਫ਼ਰ ਦਾ ਕਿੱਸਾ ਸੁਣਾਉਂਦਿਆਂ ਦੇਵ ਸਾਹਿਬ ਦੇ ਅਨੇਕਾਂ ਦੋ ਗਾਣਿਆਂ ਦਾ ਭਰਪੂਰ ਜ਼ਿਕਰ ਕੀਤਾ ਸੀ। ਸਾਡੇ ਸਾਰਿਆਂ ਦੇ ਮਨਾਂ 'ਚ ਦੇਵ ਸਾਹਿਬ ਦੇ ਦਰਸ਼ਨ ਕਰਨ ਦੀ ਸ਼ਰਧਾ ਹਿਲੋਰੇ ਮਾਰਨ ਲੱਗੀ। ਧੂਰੀ ਤੋਂ ਹੀ ਅਸੀਂ ਥੋੜ੍ਹਾ ਪਛੜ ਕੇ ਚੱਲੇ ਸਾਂ, ਇਸ ਕਰਕੇ ਰਾਤ 8 ਵਜੇ ਦੇ ਕਰੀਬ ਅਸੀਂ ਦੇਵ ਸਾਹਿਬ ਦਾ ਬੂਹਾ ਜਾ ਖੜਕਾਇਆ। ਉਸ ਦਿਨ ਉਹ ਆਪਣੀ ਅੱਖ ਦੀ ਬਿਮਾਰੀ ਤੋਂ ਪਰੇਸ਼ਾਨ ਸਨ ਤੇ ਰਸਮੀ ਮੁਲਾਕਾਤ ਕਰਨ ਲਈ ਨਾ ਮੰਨੇ, ਪਰ ਗੈਰ ਰਸਮੀ ਗੱਲਾਂ 'ਚ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹਨਾਂ ਦਾ ਤਜਰਬਾ ਬੋਲ ਰਿਹਾ ਸੀ ਤੇ ਮੈਂ ਮਹਿਸੂਸ ਕੀਤਾ ਕਿ ਅੱਜ ਵੀ ਦੇਵ ਤਰੀਕੇ ਵਾਲਾ ਦੀ ਗੀਤ ਰਚਨਾ ਲਈ ਤੜਫ ਤੇ ਖਿੱਚ ਉਵੇਂ ਹੀ ਜਿੰਦਾ ਹੈ ਜਿਵੇਂ ਜਵਾਨੀ ਵੇਲੇ ਸੀ। ਉਹੀ ਜਜ਼ਬਾ ਉਹਦੀਆਂ ਗੱਲਾਂ 'ਚੋਂ ਝਲਕਦਾ ਹੈ। ਮੁੰਡਿਓ ਆ ਗਈ ਓਏ, ਸਿਰ ਤੇ ਗਾਗਰ ਰੱਖੀ ਵਰਗੇ ਸਦਾ ਬਹਾਰ ਗੀਤ ਉਹ ਅੱਜ ਵੀ ਲਿਖੀ ਜਾ ਰਿਹਾ। ਮੈਨੂੰ ਉਹਨਾਂ ਨੂੰ ਮਿਲ ਕੇ ਇਉਂ ਲੱਗਿਆ ਜਿਵੇਂ ਉਹਨਾਂ ਦਾ ਸਰੀਰ ਥੱਕਿਆ ਹੋਵੇ, ਆਤਮਾ ਨਹੀਂ। ਦੇਵ ਸਾਹਿਬ ਉਹਨਾਂ ਗੀਤਕਾਰਾਂ 'ਚੋਂ ਹਨ ਜਿਨ੍ਹਾਂ ਦੀ ਆਤਮਾ ਲਿਖਣ ਕਲਾ ਨਾਲ ਪ੍ਰਣਾਈ ਹੋਈ ਹੈ। ਪਰਮਾਤਮਾ ਪੰਜਾਬੀ ਗੀਤਕਾਰੀ ਦੀ ਆਬਸ਼ਾਰ ਨੂੰ ਇੰਝ ਹੀ ਵਗਦੇ ਰਹਿਣ ਦੀ ਤੌਫੀਕ ਬਖਸ਼ੇ। ਆਮੀਨ। ਰਣਜੀਤ ਆਜ਼ਾਦ ਕਾਂਝਲਾ ਦਾ ਲੇਖ ਹੈ ਸੱਭਿਆਚਾਰਕ ਗੀਤਾਂ ਦਾ ਰਚੈਤਾ। ਪੇਂਡੂ ਜੀਵਨ ਤੇ ਸੱਭਿਆਚਾਰ ਵਿੱਚ ਰਚਿਆ ਸਾਡਾ ਇਹ ਅਲਬੇਲਾ ਗੀਤਕਾਰ ਦੇਵ ਤਰੀਕਿਆਂ ਵਾਲਾ ਆਪਣੀ ਵਿਲੱਖਣ ਲਿਖਤ ਕਰਕੇ ਜਾਣਿਆ ਪਛਾਣਿਆ ਨਾ ਹੈ, ਸਤਿਕਾਰ ਦਾ ਪਾਤਰ ਹੈ। ਸਕੂਲ ਅਧਿਆਪਕ ਦੀ ਸੇਵਾ ਤੋਂ ਸੇਵਾ ਮੁਕਤ ਹੋ ਕੇ ਹੁਣ ਦਿਲਗੀਰ ਦਾ ਮਨ ਹਮੇਸ਼ਾ ਸਮਾਜ ਨੂੰ ਸਾਫ਼ ਸੁਥਰੇ ਅਗਾਂਹ ਵਧੂ ਸੋਚ ਵਾਲੇ ਗੀਤਾਂ ਦੀ ਰਚਨਾ ਪ੍ਰਤੀ ਸੋਚਦਾ ਰਹਿੰਦਾ ਹੈ। ਉਹਨਾਂ ਦੀ ਕਲਮ ਦੇ ਰਚੇ ਕੁਝ ਯਾਦਗਾਰੀ ਗੀਤ ਜਿਨ੍ਹਾਂ ਵਿੱਚ ਤੇਰੇ ਟਿੱਲੇ ਉੱਤੋਂ ਸੂਰਤ ਦਿੰਦੀ ਹੀਰ ਦੀ, ਓਲਾ ਵੇਖ ਗੋਰਖਾ ਉੱਡਦੀ ਏ ਫੁਲਕਾਰੀ। ਇਸ ਗੀਤ ਵਿੱਚ ਦਿਲਗੀਰ ਨੇ ਹੀਰ ਰਾਂਝੇ ਦੀ ਇਸ਼ਕ ਕਹਾਣੀ ਨੂੰ ਕਿੰਨੇ ਸੋਹਣੇ ਸ਼ਬਦਾਂ, ਬਿੰਬਾਂ, ਪ੍ਰਤੀਕਾਂ, ਮਿੱਠੀ ਤੇ ਸਰਲ ਭਾਸ਼ਾ ਵਿੱਚ ਬਿਆਨ ਕੀਤਾ ਹੈ। ਗੀਤ ਦੇ ਅੱਖਰ ਅੱਖਰ ਤੋਂ ਹੀਰ ਰਾਂਝੇ ਗੋਰਖਨਾਥ ਦੇ ਸੰਵਾਦ ਦਰਮਿਆਨ ਇੱਕ ਅਜੀਬ ਦ੍ਰਿਸ਼ ਬਣਿਆ ਹੁੰਦਾ ਹੈ। ਇਸੇ ਤਰ੍ਹਾਂ ਹਜ਼ਾਰਾਂ ਗੀਤਾਂ ਦੇ ਰਚਨਹਾਰੇ ਦਿਲਗੀਰ ਦੇ ਹੋਰ ਅਨੇਕਾਂ ਗੀਤ ਜਿਵੇਂ ਤੂੰ ਨੌਕਰ ਕਾਹਦਾ, ਕੋੜਾ ਨਾ ਤੇਰੇ ਹੇਠ ਵੇ ਵਿੱਚ ਉਸ ਸਮੇਂ ਦਾ ਵਰਣਨ ਕੀਤਾ ਗਿਆ ਹੈ ਜਦੋਂ ਕੋਈ ਆਦਮੀ ਨੌਕਰੀ ਕਰਦਾ ਆਪਣੀ ਸਵਾਰੀ ਲਈ ਘੋੜਾ ਪਾਲਦਾ ਸੀ। ਹੁਣ ਭਾਵੇਂ ਵਿਗਿਆਨਕ ਯੁੱਗ ਵਿੱਚ ਹਰੇਕ ਪ੍ਰਾਣੀ ਮੋਟਰਸਾਈਕਲ, ਸਕੂਟਰ, ਗੱਡੀਆਂ ਦਾ ਮਾਲਕ ਬਣ ਗਿਆ ਹੈ, ਪਰ ਜੋੜੀ ਤੇ ਘੋੜੀ ਵਾਲੀ ਗੱਲ ਪਹਿਲੇ ਸਮਿਆਂ ਵਿੱਚ ਰੱਜੇ ਪੁੱਜੇ ਪਰਿਵਾਰ ਦੀ ਪ੍ਰਤੀਕ ਮੰਨੀ ਗਈ ਹੈ। ਗੀਤ ਰੌ ਰੀਤਾਂ ਦੀ ਪਛਾਣ ਹੁੰਦੇ ਹਨ। ਇਸੇ ਤਰ੍ਹਾਂ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਗਾਥਾ ਨੂੰ ਕਿੰਨੇ ਸੁੰਦਰ ਹਾਵਾਂ ਭਾਵਾਂ ਵਿੱਚ ਪਰੋਇਆ ਹੈ। ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰਾਣਾ ਲਾ ਕੇ। ਇਸ ਤੋਂ ਅਗੇਰੇ ਜੇ ਪ੍ਰੇਮ ਕਥਾ ਨੂੰ ਕਾਨੀ ਦੀ ਨੋਕ ਤੇ ਲਿਆਂਦਾ ਹੈ ਤਾਂ ਨੇਕ ਬਖਤ ਔਰਤਾਂ ਦੇ ਕਿਰਦਾਰ ਨੂੰ ਵੀ ਦਲਗੀਰ ਨੇ ਕਾਨੀ ਦੇ ਮੂੰਹੋਂ ਇੰਝ ਕਹਾਇਆ ਹੈ ਕਿ ਤੂੰ ਆ ਜਾ ਬਾਬਲਾ ਵੇ, ਦੁਖੜੇ ਸੁਣ ਲੈ ਧੀ ਦੇ ਆ ਕੇ। ਕਿੰਨੇ ਦਰਦ ਭਰੇ ਅੰਦਾਜ਼ ਵਿੱਚ ਇਸ ਗੀਤ ਦੀ ਸਿਰਜਣਾ ਕਰਕੇ ਸਾਡੇ ਇਸ ਵੀਰ ਨੇ ਆਪਣੀ ਵਿਲੱਖਣ ਲੇਖਣੀ ਦਾ ਸਿੱਕਾ ਮਨਵਾਇਆ ਹੈ। ਜਿਉਣਾ ਮੋੜ ਦੀ ਗਾਥਾ ਛਿੰਦੇ ਦੀ ਆਵਾਜ਼ ਵਿੱਚ ਗੁੰਦਵੇਂ ਤੇ ਢੁਕਵੇਂ ਡਾਇਲੋਗਾਂ ਨਾਲ ਬੰਨ੍ਹ ਕੇ ਕਿਆ ਰੰਗ ਬੰਨਿਆ ਹੈ
ਕਿ ਜਿਉਣੇ ਦੀ ਮਾਈ ਦੇ ਦਰ ਤੇ ਛਤਰ ਚੜਾਉਣ ਦੀ ਰਚਨਾ ਨੂੰ ਮਾਈ ਦੇ ਸ਼ਰਧਾਲੂ ਹਰੇਕ ਸਾਲ ਸਾਵਣ ਮਹੀਨੇ ਦੇ ਚਾਲੇ ਤੋਂ ਯਾਦ ਕਰਦੇ ਨਹੀਂ ਥੱਕਦੇ। ਜਿੱਥੇ ਲੋਕ ਮਾਈ ਪ੍ਰਤੀ ਸ਼ਰਧਾ ਪ੍ਰਗਟਾਉਂਦੇ ਹਨ, ਉੱਥੇ ਸਾਡੇ ਇਸ ਅਲਬੇਲੇ ਸ਼ਾਇਰ ਦੀ ਰਚਨਾ ਪ੍ਰਤੀ ਵੀ ਮਨ ਵਿੱਚ ਅਥਾਹ ਪਿਆਰ ਤੇ ਸਤਿਕਾਰ ਪ੍ਰਗਟ ਹੁੰਦਾ ਹੈ। ਤਕਰੀਬਨ ਪੰਜਾਬੀ ਦੇ ਹਰੇਕ ਗਾਇਕ ਨੇ ਇਹਨਾਂ ਦੇ ਹਜ਼ਾਰਾਂ ਗੀਤਾਂ ਨੂੰ ਆਵਾਜ਼ ਰਾਹੀਂ ਲੋਕਾਈ ਦੇ ਕੰਨਾਂ ਤੱਕ ਪਹੁੰਚਾਇਆ ਹੈ। ਦੇਵ ਦੇ ਗੀਤਾਂ ਵਿੱਚੋਂ ਇੱਕ ਅਲੌਕਿਕ ਅਮਿੱਟ ਆਨੰਦ ਮਾਣਦੇ ਪ੍ਰਤੀਤ ਹੁੰਦੇ ਆ। ਭਾਵੇਂ ਆਧੁਨਿਕ ਇਲੈਕਟ੍ਰੋਨਿਕ ਮੀਡੀਆ ਨੇ ਇਹਨਾਂ ਗੀਤਾਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਉਹ ਅਨੂਠਾ ਤੇ ਸਦਾ ਬਹਾਰ ਆਨੰਦ, ਚਿਰ ਸਦੀਵੀ ਮਹਿਕ ਇਹਨਾਂ ਗੀਤਾਂ ਦੇ ਬੋਲਾਂ ਤੋਂ ਹੀ ਮਾਣੀ ਜਾ ਸਕਦੀ ਹੈ, ਜੋ ਕਦੇ ਮਰਦੀ ਨਹੀਂ। ਅੱਗ ਲੱਗੀ ਸੀ ਚਨਾ ਦੇ ਠੰਡੇ ਨੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ। ਜਿਹੇ ਰਸੀਲੇ ਗੀਤਾਂ ਨੂੰ ਜਦ ਬੀਬੀ ਸੁਰਿੰਦਰ ਕੌਰ ਆਪਣੀ ਸੁਰੀਲੀ ਆਵਾਜ਼ ਦੇ ਕੇ ਸਾਜ਼ਾਂ ਦੇ ਸੰਗ ਪੇਸ਼ ਕਰਦੀ ਹੈ ਤਾਂ ਕਿਆ ਨਜ਼ਾਰਾ ਆਉਂਦਾ ਹੈ। ਪ੍ਰਾਣੀ ਮੰਤਰ ਮੁਗਧ ਹੋਇਆ ਬਸ ਇਹੋ ਕਹਿੰਦਾ ਹੈ ਕਿ ਲਿਖਣ ਵਾਲੇ ਨੇ ਕਮਾਲ ਕਰ ਦਿੱਤੇ ਤੇ ਬਾਕੀ ਗਾਉਣ ਵਾਲੇ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਹੈ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ। ਗੀਤਾਂ ਦੇ ਬੋਲਾਂ ਤੇ ਇੰਜ ਮਾਲੂਮ ਹੁੰਦਾ ਹੈ ਜਿਵੇਂ ਅੱਖਾਂ ਅੱਗੇ ਝਾਕੀ ਵਿਚਰ ਰਹੀ ਹੋਵੇ। ਮਨ ਤਰੋ ਤਾਜ਼ਾ ਤੇ ਸਰਸ਼ਾਰ ਹੋਇਆ ਖਿੜ ਉੱਠਦਾ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਗੀਤ ਲਿਖਣ ਵਾਲਾ ਸਾਡਾ ਇਹ ਅਲਬੇਲਾ ਗੀਤਕਾਰ ਆਪਣੇ ਗੀਤਾਂ ਦੇ ਬੋਲਾਂ ਵਾਂਗ ਸਾਫ਼, ਸਪਸ਼ਟ, ਸਰਲ, ਖੁਸ਼ਗਵਾਰ ਤੇ ਦੂਜਿਆਂ ਨੂੰ ਖੁਸ਼ ਵੇਖ ਕੇ ਮਾਣ ਸਤਿਕਾਰ ਕਰਨ ਵਿੱਚ ਪਿੱਛੇ ਨਹੀਂ ਹਟਦਾ। ਪਰ ਇੱਕ ਗੱਲੋਂ ਇਸ ਵੀਰ ਨੂੰ ਨਵੇਂ ਗੀਤਕਾਰਾਂ ਤੇ ਇੱਕ ਗਿਲਾ ਹੈ ਕਿ ਉਹ ਘਟੀਆ ਕਿਸਮ ਦੇ ਗੀਤਾਂ ਦੀ ਸਿਰਜਣਾ ਕਿਉਂ ਕਰਦੇ ਹਨ, ਜਿਸ ਨਾਲ ਸਾਡੇ ਅਸਲੀ ਸੱਭਿਆਚਾਰ ਨੂੰ ਢਾਹ ਲੱਗ ਰਹੀ ਹੈ। ਉਹ ਆਪਣੇ ਸੱਭਿਆਚਾਰ ਨੂੰ ਸਾਫ਼ ਸੁਥਰੇ, ਨਰੋਈ ਸੇਧ ਵਾਲੇ ਗੀਤ ਲਿਖ ਕੇ ਦੇਣ ਨੂੰ ਹੀ ਆਪਣਾ ਫਰਜ਼ ਵੀ ਤੇ ਧਰਮ ਵੀ ਸਮਝਦਾ ਹੈ। ਇਹ ਧਾਰਨਾ ਹਰੇਕ ਪੰਜਾਬੀ ਗੀਤਕਾਰ ਦੇ ਮਨ ਵਿੱਚ ਹੋਣੀ ਵੀ ਚਾਹੀਦੀ ਹੈ। ਲਕਸ਼ਮੀ ਨਾਰਾਇਣ ਭੀਖੀ ਦਾ ਲੇਖ ਹੈ ਹਰਦੇਵ ਦਿਲਗੀਰ ਦੀ ਗੀਤਕ ਵਿਲੱਖਣਤਾ। ਹਰਦੇਵ ਦਿਲਗੀਰ ਦੇਵਤਰੀਕੇ ਵਾਲੇ ਦੇ ਗੀਤ ਇਤਿਹਾਸ ਮੁਖੀ ਸੰਦਰਭਾਂ ਨਾਲ ਸੰਬੰਧਿਤ ਆਖੇ ਜਾ ਸਕਦੇ ਹਨ। ਉਸ ਦੇ ਬਹੁਤੇ ਗੀਤ ਪ੍ਰੀਤ ਕਿੱਸਿਆਂ, ਵੀਰ ਗਾਥਾਵਾਂ, ਭਗਤ ਬਾਣੀ ਤੋਂ ਪ੍ਰੇਰਿਤ ਹਨ। ਲੋਕਧਾਰਾ ਤੇ ਸੱਭਿਆਚਾਰਕ ਵਿਰਾਸਤ ਦੀ ਖੂਬਸੂਰਤ ਪੇਸ਼ਕਾਰੀ ਕਾਰਨ ਹੀ ਦੇਵ ਦੇ ਗੀਤ ਮਕਬੂਲ ਹੋਏ, ਕਿਉਂਕਿ ਲੋਕ ਮਾਨਸਿਕਤਾ ਆਪਣੇ ਗੌਰਵਮਈ ਇਤਿਹਾਸ ਦੇ ਨਾਲ-ਨਾਲ ਸੱਭਿਆਚਾਰਕ ਅਵਚੇਤਨ ਨਾਲ ਵੀ ਜੁੜੀ ਹੁੰਦੀ ਹੈ। ਇਉਂ ਵੀ ਆਖਿਆ ਜਾ ਸਕਦਾ ਹੈ ਕਿ ਦੇਵ ਸੱਭਿਆਚਾਰਕ ਅਵਚੇਤਨ ਤੇ ਲੋਕ ਮਾਨਸਿਕਤਾ ਨੂੰ ਸਮਝਣ ਵਿੱਚ ਕਾਫੀ ਹੱਦ ਤੱਕ ਸਫਲ ਹੋਇਆ ਹੈ। ਦੇਵ ਦੇ ਗੀਤ ਉਸ ਸਮੇਂ ਪੇਸ਼ ਹੋਏ ਜਦੋਂ ਗਾਇਕੀ ਦੇ ਖੇਤਰ ਵਿੱਚ ਸੱਭਿਆਚਾਰਕ ਪ੍ਰਦੂਸ਼ਣ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਲੋਕ ਅਸ਼ਲੀਲ ਗਾਇਕੀ ਦੇ ਨਿਸ਼ਈ ਹੋ ਰਹੇ ਸਨ। ਭਾਵੇਂ ਗੀਤਾਂ ਵਿੱਚ ਰਸਤ ਤੇ ਰੋਮਾਂਸ ਦਾ ਹੋਣਾ ਕੁਝ ਹੱਦ ਤੱਕ ਜ਼ਰੂਰੀ ਹੁੰਦਾ ਹੈ, ਪਰ ਉਸ ਸਮੇਂ ਗੀਤਕਾਰ ਤੇ ਗਾਇਕ ਲੱਚਰਤਾ ਤੇ ਕਾਮੁਕ ਸਾਊਪਣ ਦਾ ਸ਼ਿਕਾਰ ਹੋ ਚੁੱਕੇ ਸਨ। ਲੋਕ ਮਾਨਸਿਕਤਾ ਨੂੰ ਪੀੜਤ ਕਰਨ ਵਾਲੀ ਗੀਤਕਾਰੀ ਦੀ ਥਾਂ ਦੇਵ ਨੇ ਉਸਾਰੂ, ਇਤਿਹਾਸ ਮੁਖੀ ਸੰਦਰਭਾਂ ਨਾਲ ਭਰਪੂਰ ਗੀਤਾਂ ਦੀ ਰਚਨਾ ਕਰਕੇ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ। ਦੇਵ ਨੇ ਸਭ ਤੋਂ ਪਹਿਲਾਂ ਗੀਤਾਂ ਦੀ ਸੱਭਿਆਚਾਰਕ ਮੰਡੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਨਾ ਪੱਖੀ ਮਾਨਸਿਕਤਾ ਉਸਾਰਨ ਵਾਲੀ ਗਾਇਕੀ ਨੂੰ ਨਕਾਰਦਿਆਂ ਉਹਦੇ ਮੁਕਾਬਲੇ ਤੇ ਗੀਤਾਂ ਦਾ ਸੱਭਿਆਚਾਰਕ ਬਦਲ ਪੇਸ਼ ਕੀਤਾ। ਦੇਵ ਦੀਆਂ ਕਲੀਆਂ ਇੰਨੀਆਂ ਮਸ਼ਹੂਰ ਹੋਈਆਂ ਕਿ ਉਹ ਅਜੇ ਵੀ ਲੋਕ ਮਨਾਂ 'ਚ ਜਿਉਂਦੀਆਂ ਜਾਗਦੀਆਂ ਹਨ। ਉਹਦੇ ਗੀਤ ਸਿਰਫ ਤੇ ਸਿਰਫ ਮਨੋਰੰਜਨ ਹੀ ਨਹੀਂ ਕਰਦੇ, ਸਗੋਂ ਨਵੀਂ ਕਿਸਮ ਦੇ ਉਤਸ਼ਾਹ, ਪ੍ਰੇਰਨਾ ਤੇ ਸੂਰਮ ਗਤੀ ਲਈ ਪ੍ਰੇਰਕ ਵੀ ਬਣਦੇ ਹਨ। ਇਉਂ ਉਹਦੇ ਗੀਤ ਇਤਿਹਾਸਕ ਵਿਲੱਖਣਤਾਵਾਂ ਨੂੰ ਪੇਸ਼ ਕਰਦਿਆਂ ਵਰਤਮਾਨ ਸਮਿਆਂ ਦੇ ਚੈਲੰਜ ਨੂੰ ਕਬੂਲ ਕਰਦੇ ਹੋਏ ਭਵਿੱਖਮੁਖੀ ਦਿਸ਼ਾ ਦੇ ਸੂਚਕ ਵੀ ਹਨ। ਦੇਵ ਦਾ ਜ਼ਿਕਰ ਕਰਦਿਆਂ ਅਸੀਂ ਕੁਲਦੀਪ ਮਾਣਕ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕਰ ਸਕਦੇ, ਕਿਉਂਕਿ ਜਿਸ ਤਰ੍ਹਾਂ ਦੇ ਮਿਆਰੀ ਗੀਤਾਂ ਦੀ ਰਚਨਾ ਦੇਵ ਨੇ ਕੀਤੀ, ਉਸੇ ਤਰ੍ਹਾਂ ਮਾਣਕ ਨੇ ਗਾਇਕੀ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਿਰਜੇ। ਗੀਤਕਾਰੀ ਤੇ ਗਾਇਕੀ ਦੇ ਸੁਮੇਲ ਨੇ ਲੋਕਾਂ ਅੰਦਰ ਨਿਵੇਕਲੀ ਜਾਗਰੂਕਤਾ ਭਰੀ। ਇੱਥੇ ਵੀ ਜ਼ਿਕਰਯੋਗ ਹੈ
ਕਿ ਉਹਨਾਂ ਸਮਿਆਂ ਵਿੱਚ ਗੀਤਕਾਰਾਂ ਨੂੰ ਗਾਇਕ ਬਦਲਣ ਦਾ ਤੇ ਗਾਇਕਾਂ ਵੱਲੋਂ ਨਵੇਂ ਗੀਤਕਾਰ ਲੱਭਣ ਦਾ ਜ਼ਿਆਦਾ ਭੁੱਸ ਨਹੀਂ ਸੀ। ਲੰਮਾ ਸਮਾਂ ਇੱਕ ਦੂਜੇ ਦੇ ਨਾਲ ਤੁਰਨ ਕਰਕੇ ਦੇਵ ਤੇ ਮਾਣਕ ਦੀ ਜੋੜੀ ਕਾਫੀ ਪ੍ਰਸਿੱਧ ਹੋਈ। ਗੀਤਕਾਰ ਤੇ ਗਾਇਕ ਦੀ ਝਟਪਟ ਅਦਲਾ ਬਦਲੀ ਦੇ ਦੌਰ ਵਿੱਚ ਦੇਵ ਨੂੰ ਪ੍ਰਤੀਬੱਧ ਹਸਤਾਖਰ ਕਿਹਾ ਜਾ ਸਕਦਾ ਹੈ। ਅਜੋਕੇ ਸਮੇਂ 'ਚ ਅਦਲਾ ਬਦਲੀ ਫੈਸ਼ਨ ਬਣ ਚੁੱਕੀ ਹੈ ਤਾਂ ਦੇਵ ਦੀ ਇਹ ਪ੍ਰਾਪਤੀ ਹੀ ਆਖੀ ਜਾ ਸਕਦੀ ਹੈ ਕਿ ਉਹਨੇ ਜਿੱਥੇ ਵੰਨ ਸੁਵੰਨੇ ਵਿਸ਼ਿਆਂ ਦੀ ਚੋਣ ਕੀਤੀ, ਉੱਥੇ ਗਾਇਕ ਦੀ ਸੂਝ, ਸਮਰੱਥਾ ਤੇ ਲਿਆਕਤ ਨੂੰ ਸਮਝ ਕੇ ਗੀਤ ਰਚਨਾ ਕੀਤੀ। ਦੇਵ ਦੀ ਲੰਮੇ ਅਰਸੇ ਤੀਕ ਗਾਇਕ ਨਾਲ ਨਿਭਣ ਵਾਲੀ ਦੂਰ ਦ੍ਰਿਸ਼ਟੀ ਅਜੋਕੇ ਗੀਤਕਾਰਾਂ ਤੇ ਗਾਇਕਾਂ ਲਈ ਨਮੂਨਾ ਬਣ ਸਕਦੀ ਹੈ। ਇਤਿਹਾਸਕ ਵਿਲੱਖਣਤਾਵਾਂ ਦੇ ਤੇ ਨਵੇਕਲੇ ਵਿਸ਼ਿਆਂ ਦੀ ਗੀਤ ਰਚਨਾ ਕਰਕੇ ਦੇਵ ਬਹੁਤ ਮਸ਼ਹੂਰ ਹੋਇਆ। ਇਸ ਲਈ ਉਹਦੀਆਂ ਮਿਆਰੀ ਰਚਨਾਵਾਂ ਚੇਤਿਆਂ ਵਿੱਚ ਉਕਰੀਆਂ ਰਹਿਣਗੀਆਂ। ਇਸ ਸਭ ਕੁਝ ਦੇ ਬਾਵਜੂਦ ਮਨ 'ਚ ਇੱਕ ਸਵਾਲ ਖਟਕਦਾ ਹੀ ਰਹਿੰਦਾ ਹੈ ਕਿ ਦੇਵ ਦੀ ਗੀਤਕ ਰਚਨਾ ਦਾ ਮੌਲਿਕਤਾ ਭਰਪੂਰ ਬਿੰਬ ਪੂਰੀ ਤਰ੍ਹਾਂ ਉੱਭਰ ਨਹੀਂ ਸਕਿਆ ਜੋ ਉੱਭਰਨਾ ਚਾਹੀਦਾ ਸੀ। ਮੀਤ ਖੱਟੜਾ ਦਾ ਲੇਖ ਹੈ ਮੋਹ ਦਾ ਮੁਜੱਸਮਾ। ਮੇਰਾ ਛੋਟਾ ਭਰਾ ਜਦੋਂ ਖੂਹ ਤੇ ਬਲਦ ਹੱਕਦਾ ਲੰਮੀ ਹੇਕ ਵਿੱਚ ਨਰਿੰਦਰ ਬੀਬਾ ਦਾ ਗਾਇਆ ਗੀਤ ਮੁਰਗਾਈ ਵਾਂਗੂ ਮੈਂ ਤਰਦੀ ਵੇ ਤੇਰੇ ਮੁੰਡਿਆ ਪਸੰਦ ਨਾ ਆਈ ਗਾਉਂਦਾ ਤਾਂ ਮਨ ਵਿੱਚ ਰੀਝ ਉੱਠਦੀ ਕਿ ਅਜਿਹੇ ਸੱਭਿਅਕ ਗੀਤਾਂ ਦੇ ਰਚਨਹਾਰੇ ਦੇ ਦਰਸ਼ਨ ਕਿਵੇਂ ਹੋਣ। ਅਕਤੂਬਰ 76 ਵਿੱਚ ਲੁਧਿਆਣੇ ਸਾਇੰਸ ਸੈਮੀਨਾਰ ਵਿੱਚ ਜਦੋਂ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਗੋਰੇ ਚਿੱਟੇ ਤੇ ਹਸਮੁਖ ਚਿਹਰੇ ਵਾਲਾ ਦੇਵ ਮਿਲ ਗਿਆ। ਮਨ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ। ਇਸ ਸੈਮੀਨਾਰ ਵਿੱਚ ਗੀਤ ਸੰਗੀਤ ਵੀ ਹੋ ਜਾਂਦਾ। ਦੇਵ ਆਪਣੇ ਲਿਖੇ ਗੀਤ ਬੋਲਦਾ। ਭਾਵੇਂ ਮੈਂ ਉਸ ਸਮੇਂ ਪੇਪਰਾਂ 'ਚ ਛਪਦਾ ਵੀ ਸੀ ਪਰ ਸਟੇਜ ਤੇ ਖੜ ਕੇ ਕਦੇ ਬੋਲਿਆ ਨਹੀਂ ਸੀ। ਮੈਂ ਵੀ ਇੱਕ ਰੁਬਾਈ ਬੋਲਣ ਲੱਗਾ ਪਰ ਇਕੱਠ ਵਿੱਚ ਬੋਲ ਨਾ ਸਕਿਆ। ਦੇਵ ਨੇ ਹੌਸਲਾ ਦਿੱਤਾ ਤੇ ਲਿਖ ਕੇ ਪੜ੍ਹਨ ਲਈ ਕਿਹਾ। ਫਿਰ ਕੀ ਸੀ, ਬਸ ਅੱਜ ਤੱਕ ਬੋਲ ਰਿਹਾ ਹਾਂ। ਮੈਂ ਉਹਨਾਂ ਨੂੰ ਆਪਣੀਆਂ ਕਹਾਣੀਆਂ ਵਿਖਾਈਆਂ, ਬੜੇ ਖੁਸ਼ ਹੋਏ ਤੇ ਦੇਵ ਨੇ ਹੀ ਮੇਰੀ ਕਹਾਣੀ ਰੇਡੀਓ ਸਟੇਸ਼ਨ ਜਲੰਧਰ ਭੇਜ ਦਿੱਤੀ। ਰੇਡੀਓ ਤੋਂ ਮੈਨੂੰ ਕਹਾਣੀ ਬੋਲਣ ਲਈ ਸੱਦਾ ਆ ਗਿਆ। ਮੇਰੇ ਜੀਵਨ ਵਿੱਚ ਹੌਸਲੇ ਦਾ ਪਹਿਲਾ ਸਤੰਭ ਦੇਵ ਦੀ ਹੱਲਾਸ਼ੇਰੀ ਨੇ ਖੜਾ ਕੀਤਾ। ਇਸ ਮੁਲਾਕਾਤ ਤੋਂ ਬਾਅਦ ਦੇਵ ਮੇਰੇ ਖੂਨ ਵਿੱਚ ਜੀਵਤ ਜੀਵਾਣੂ ਦੀ ਤਰ੍ਹਾਂ ਘੁਲ ਗਿਆ। ਪਰੰਪਰਾਗਤ ਸ਼ਾਇਰੀ ਨੂੰ ਨਵੀਨ ਧਰਾਤਲਾਂ ਤੇ ਸਮੇਂ ਅਨੁਕੂਲ ਲਿਪੀਬੱਧ ਕਰਨ ਵਿੱਚ ਦੇਵ ਦਾ ਵਿਲੱਖਣ ਸਥਾਨ ਹੈ। ਸਮਾਜਿਕ ਸੋਝ, ਨੈਤਿਕਤਾ, ਸ਼ਿਸ਼ਟਾਚਾਰ ਤੇ ਦੇਸ਼ ਭਗਤੀ ਦੀ ਸੁਰ ਨੂੰ ਆਪਣੇ ਗੀਤਾਂ ਵਿੱਚ ਪਰੋਇਆ ਹੈ। ਲੋਕ ਕਹਾਣੀਆਂ, ਲੋਕ ਸੁਰਾਂ, ਮਿੱਥਾਂ ਤੇ ਲੋਕ ਗੀਤਾਂ ਨੂੰ ਪੁਨਰ ਸੁਰਜੀਤ ਕਰਕੇ ਨਵੇਂ ਧਰਾਤਲਾਂ ਤੇ ਲੋਕ ਮਨਾਂ ਵਿੱਚ ਥਾਂ ਦਿਵਾਈ ਹੈ। ਬੋਲੀ, ਸ਼ਬਦਾਵਲੀ ਤੇ ਅਲੰਕਾਰਾਂ ਰਾਹੀਂ ਗੀਤਾਂ ਨੂੰ ਰਸ ਭਰਪੂਰ ਬਣਾਇਆ ਹੈ। ਜੇਕਰ ਅੱਜ ਵਧੀਆ ਗੀਤਕਾਰੀ ਦੀ ਰਵਾਇਤ ਹੈ ਤਾਂ ਦੇਵ ਦੀ ਹੀ ਕਰਾਮਾਤ ਹੈ। ਜਦੋਂ ਮਾਣਕ ਦਾ ਰਿਕਾਰਡ ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ ਆਇਆ ਤਾਂ ਲੋਕ ਹੈਰਾਨ ਰਹਿ ਗਏ ਕਿ ਭਾਵੇਂ ਗੀਤ ਪਹਿਲਾਂ ਅਲਗੋਜ਼ਿਆਂ ਵਾਲਿਆਂ ਨੇ ਗਾਇਆ ਹੋਇਆ ਸੀ ਪਰ ਦੇਵ ਨੇ ਸ਼ਬਦਾਂ ਦੇ ਆਧੁਨਿਕ ਜਾਮੇ ਨੂੰ ਨਵੀਆਂ ਸੁਰਾਂ 'ਚ ਕਿਵੇਂ ਸਜਾਇਆ ਹੈ। ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਵਾਲ, ਇੰਦਰ ਬੇਗੋ, ਰੋਡਾ ਜਲਾਲੀ, ਸੱਸੀ ਪੁੰਨੂ, ਕਾਕਾ ਪ੍ਰਤਾਪੀ, ਰੂਪ ਬਸੰਤ, ਤਾਰਾ ਰਾਣੀ, ਊਧਮ ਸਿੰਘ, ਸ਼ਹੀਦ ਭਗਤ ਸਿੰਘ ਤੇ ਸਿੱਖ ਕੌਮ ਦੀਆਂ ਸ਼ਹਾਦਤਾਂ ਬਾਰੇ ਗੀਤ ਲਿਖ ਕੇ ਸਾਨੂੰ ਆਪਣੀ ਸੱਭਿਅਤਾ ਤੇ ਨੈਤਿਕਤਾ ਸੰਭਾਲਣ ਦਾ ਸੱਦਾ ਦਿੱਤਾ ਹੈ। ਸ਼ਾਲਾ ਇਹ ਕਲਮ ਸਦਾ ਮੁਹੱਬਤ, ਮੋਹ ਭਰੇ ਦੇਸ਼ ਤੇ ਕੌਮ ਲਈ ਅਣਖ ਜਗਾਉਣ ਵਾਲੇ ਗੀਤ ਸਿਰਜਦੀ ਰਹੇ। ਦੇਵ ਵਿਅਕਤੀ ਨਹੀਂ, ਇੱਕ ਸੰਸਥਾ ਹੈ ਜਿੱਥੇ ਸੱਭਿਆਚਾਰਕ ਗੀਤਾਂ ਦੀ ਕੁਠਾਲੀ ਕੁੰਦਨ ਵਰਗੇ ਸਵੱਛ ਵਿਚਾਰਾਂ ਨੂੰ ਢਾਲਦੀ ਹੈ। ਦੇਵ ਮੋਹ ਦਾ ਮੁਜੱਸਮਾ ਤੇ ਤਰਲ ਗੁਣਾਂ ਦਾ ਹੜ ਹੈ ਜੋ ਸਦਾ ਹੀ ਕਾਗਜ਼ ਦੀ ਹਿੱਕ ਤੇ ਲੋਕ ਮਨਾਂ ਉੱਪਰ ਬੋਲਾਂ ਰਾਹੀਂ ਵਿਛਿਆ ਹੈ। ਕੁਲਵੰਤ ਜਗਰਾਉਂ ਦਾ ਲੇਖ ਸਾਹਿਤ ਦਾ ਲਟ ਲਟ ਬਲਦਾ ਚਿਰਾਗ। ਪੰਜਾਬੀ ਦੇ ਬਹੁਤ ਘੱਟ ਸਾਹਿਤਕਾਰ ਐਸੇ ਹਨ ਜਿਨ੍ਹਾਂ ਨੂੰ ਜਿਉਂਦੇ ਜੀ ਸਾਹਿਤ ਵਿੱਚ ਲੋਕ ਨਾਇਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਦੇਵ ਤਰੀਕਿਆਂ ਵਾਲਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਪੰਜਾਬੀ ਗੀਤਕਾਰ ਇੱਕ ਅਜਿਹੀ ਸ਼ਖਸੀਅਤ ਹੈ ਜਿਸ ਨੇ ਆਪਣੀ ਰਚਨਾ ਦੁਆਰਾ ਕੇਵਲ ਆਪਣੇ ਆਪ ਨੂੰ ਹੀ ਨਹੀਂ
ਸਗੋਂ ਆਪਣੇ ਪਿੰਡ ਨੂੰ ਵੀ ਅਮਰ ਕਰ ਦਿੱਤਾ ਹੈ। ਉਸਨੇ ਅਨੇਕਾਂ ਐਸੇ ਗੀਤ ਲਿਖੇ ਹਨ ਜੋ ਪੰਜਾਬੀਆਂ ਦੇ ਦਿਲ ਦੀ ਧੜਕਣ ਬਣ ਚੁੱਕੇ ਹਨ। ਪੰਜਾਬੀ ਦੇ ਕਲੀ ਛੰਦ ਨੂੰ ਦੁਬਾਰਾ ਸੁਰਜੀਤ ਕਰਨ ਵਿੱਚ ਉਸਦੀ ਸਭ ਤੋਂ ਅਹਿਮ ਭੂਮਿਕਾ ਹੈ। ਪੰਜਾਬੀ ਦੇ ਹਰਮਨ ਪਿਆਰੇ ਸਟੇਜੀ ਕਵੀ ਵਿਧਾਤਾ ਸਿੰਘ ਤੀਰ ਨੇ ਕਿਸੇ ਵੇਲੇ ਵਾਰਿਸ ਸ਼ਾਹ ਬਾਰੇ ਕਿਹਾ ਸੀ, ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ, ਦੇਗੀ ਸਦਾ ਦੀ ਜ਼ਿੰਦਗੀ ਹੀਰ ਤੈਨੂੰ। ਇਹ ਗੱਲ ਦੇਵਥਰੀਕਿਆਂ ਵਾਲੇ ਤੇ ਪੂਰੀ ਠੀਕ ਢੁੱਕਦੀ ਹੈ। ਉਸਦਾ ਲਿਖਿਆ ਗੀਤ ਮਾਂ ਹੁੰਦੀ ਏ ਮਾਂ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ। ਪੰਜਾਬ ਦੀਆਂ ਲੋਕ ਗਾਥਾਵਾਂ ਨੂੰ ਨਵੇਂ ਰੂਪ ਵਿੱਚ ਜਿਸ ਖੂਬਸੂਰਤੀ ਨਾਲ ਦੇਵ ਨੇ ਲਿਖਿਆ ਹੈ, ਉਸ ਦੀ ਮਿਸਾਲ ਹੋਰ ਕਿਧਰੇ ਘੱਟ ਹੀ ਮਿਲਦੀ ਹੈ। ਉਹ ਸ਼ਬਦਾਂ ਨੂੰ ਤਰਾਸ਼ਣ ਤੇ ਉਹਨਾਂ ਨੂੰ ਨਗੀਨਿਆਂ ਵਾਂਗ ਗੀਤਾਂ ਵਿੱਚ ਜੜਨ ਦਾ ਹੁਨਰ ਬਾਖੂਬੀ ਜਾਣਦਾ ਹੈ। ਦੇਵ ਕੇਵਲ ਇੱਕ ਸਮਰੱਥ ਗੀਤਕਾਰ ਹੀ ਨਹੀਂ, ਸਗੋਂ ਸਫਲ ਕਹਾਣੀਕਾਰ ਵੀ ਹੈ। ਉਸਨੇ ਪੇਂਡੂ ਜਨ ਜੀਵਨ ਨਾਲ ਸੰਬੰਧਿਤ ਬਹੁਤ ਹੀ ਪ੍ਰਭਾਵਸ਼ਾਲੀ ਕਹਾਣੀਆਂ ਲਿਖੀਆਂ ਹਨ। ਉਹਦੇ ਪਾਤਰ ਹੱਟੀਆਂ ਭੱਠੀਆਂ ਤੇ ਬੈਠੇ ਗੱਭਰੂ, ਖੇਤਾਂ ਵਿੱਚ ਕੰਮ ਕਰਦੇ ਕਿਸਾਨ, ਮਜ਼ਦੂਰ, ਸਾਂਝੀ ਤੇ ਆਪਣੇ ਸੁਪਨਿਆਂ ਨੂੰ ਫੁਲਕਾਰੀ ਤੇ ਰੰਗ ਬਿਰੰਗੇ ਰੇਸ਼ਮੀ ਧਾਗਿਆਂ ਨਾਲ ਕੱਢਦੀਆਂ ਮੁਟਿਆਰਾਂ ਹਨ। ਦੇਵ ਨੇ ਪਾਤਰਾਂ ਦੇ ਮਨਾਂ ਵਿੱਚ ਡੂੰਘਾ ਉਤਰ ਕੇ ਉਹਨਾਂ ਦੀ ਜੀਵੰਤ ਪੇਸ਼ਕਾਰੀ ਕੀਤੀ ਹੈ। ਉਸਨੇ ਆਪਣੀਆਂ ਕਹਾਣੀਆਂ ਤੇ ਇਹਨਾਂ ਦੇ ਪਾਤਰਾਂ ਰਾਹੀਂ ਨਸ਼ਿਆਂ, ਭ੍ਰਿਸ਼ਟਾਚਾਰ, ਦੰਭ ਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਸੁਨੇਹਾ ਦਿੱਤਾ ਹੈ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਹੀ ਸੇਧ ਦਿੱਤੀ ਹੈ। ਦੇਵ ਪੰਜਾਬੀ ਸਾਹਿਤ ਦਾ ਉਹ ਲਟ ਬਲਦਾ ਚਿਰਾਗ ਹੈ ਜਿਸ ਦੀ ਰੌਸ਼ਨੀ ਹਨੇਰੇ ਰਾਹਾਂ ਨੂੰ ਚੀਰਦੀ ਹੈ। ਉਹਦੇ ਮਿੱਠੇ ਸੁਰੀਲੇ ਬੋਲ ਪਾਠਕਾਂ ਤੇ ਸਰੋਤਿਆਂ ਦੇ ਮਨਾਂ ਵਿੱਚ ਮਿਸ਼ਰੀ ਘੋਲਦੇ ਹਨ। ਦੇਵ ਦੀ ਕਲਮ ਦਾ ਸਫ਼ਰ ਨਿਰੰਤਰ ਚੱਲ ਰਿਹਾ ਹੈ। ਅੱਜ ਫੇਰ ਪੰਜਾਬੀ ਗੀਤਕਾਰੀ ਨੂੰ ਦੇਵ ਵਰਗੀਆਂ ਕਲਮਾਂ ਦੀ ਲੋੜ ਹੈ। ਹਰਦਿਆਲ ਥੋਹੀ ਦਾ ਲੇਖ ਹੈ, ਕਲੀਕਾਰ ਦੇਵਥਰੀਕਿਆਂ ਵਾਲਾ। 8ਵੇਂ ਦਹਾਕੇ ਦੇ ਆਰੰਭ ਵਿੱਚ ਹਰਦੇਵ ਦਿਲਗੀਰ ਜਾਣੀ ਕਿ ਦੇਵਥਰੀਕਿਆਂ ਵਾਲੇ ਨੇ ਗਾਡੀ ਰਾਹ ਚੋਂ ਇੱਕ ਲੀਹ ਪਾੜੀ। ਉਹਨੇ ਭੁੱਲੀਆਂ ਵਿਸਰੀਆਂ ਪਰੰਪਰਿਕ ਲੋਕ ਗਾਥਾਵਾਂ ਨੂੰ ਪੁਨਰ ਸਜੀਵ ਕਰਕੇ ਲੋਕ ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਰਿਕਾਰਡ ਕਰਵਾਇਆ। ਉਹਨੇ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿੱਚ ਪਾ ਕੇ ਇਸ ਤਰ੍ਹਾਂ ਪੇਸ਼ ਕੀਤਾ ਕਿ ਚਾਰੇ ਪਾਸੇ ਧੰਨ ਧੰਨ ਹੋ ਗਈ। ਦੇਵ ਦੀ ਲੇਖਣੀ ਸਦਕਾ ਕੁਲਦੀਪ ਮਾਣਕ ਪੰਜਾਬੀਆਂ ਦਾ ਚਹੇਤਾ ਗਾਇਕ ਬਣ ਗਿਆ ਤੇ ਕੁਲਦੀਪ ਮਾਣਕ ਸਦਕਾ ਦੇਵ ਦਾ ਨਾਂ ਬੱਚੇ ਬੱਚੇ ਦੀ ਜ਼ਬਾਨ ਤੇ ਚੜ ਗਿਆ। ਪੰਜਾਬ ਵਿੱਚ ਪ੍ਰਚਲਿਤ ਕੋਈ ਵੀ ਅਜਿਹੀ ਲੋਕ ਗਾਥਾ ਨਹੀਂ ਹੈ ਜਿਹਨੂੰ ਦੇਵ ਨੇ ਆਪਣੀ ਕਲਮ ਨਾਲ ਨਾ ਸ਼ਿੰਗਾਰਿਆ ਹੋਵੇ। ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ, ਸੱਸੀ, ਕਾਕਾ ਪ੍ਰਤਾਪੀ, ਸ਼ੇਰੀ ਫਰਿਹਾਦ, ਇੰਦਰ ਬੇਗੋ, ਰੋਡਾ ਜਲਾਲੀ, ਦਹੂਦ ਬਾਦਸ਼ਾਹ, ਜਾਨੀ ਚੋਰ, ਰੂਪ ਬਸੰਤ, ਜੈਮਲ ਫਤਾ, ਦੁੱਲਾ ਭੱਟੀ, ਸੁੱਚਾ ਸੂਰਮਾ, ਜਿਉਣਾ ਮੌੜ, ਕੇਰ ਸਿੰਘ, ਰਾਮ ਕੌਰ, ਲੂਣਾ, ਕੌਲਾਂ, ਰਾਜਾ ਰਸਾਲੂ ਆਦਿ ਲੋਕ ਗਾਥਾਵਾਂ ਉਹਨੇ ਵੱਖ-ਵੱਖ ਛੰਦਾਂ 'ਚ ਲਿਖੀਆਂ। ਕਿਉਂਕਿ ਉਹਨੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਗਾਉਣ ਲਈ ਹੀ ਰਚਿਆ, ਇਸ ਲਈ ਕੁਝ ਨਵੇਂ ਪ੍ਰਯੋਗ ਵੀ ਹੋਏ ਮਿਲਦੇ ਹਨ। ਕਈ ਥਾਂ ਤੇ ਪਰੰਪਰਾਗਤ ਤਰਜ਼ਾਂ ਨੂੰ ਸੋਧਿਆ ਗਿਆ। ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਇੱਕ ਜੋਗੀ ਟਿੱਲਿਓਂ ਆ ਗਿਆ ਨੀ ਭਾਬੀ, ਪਿੰਗਾ ਝੂਟਦੀਆਂ ਮਲਕੀ ਨਾਲ ਮੁਟਿਆਰਾਂ ਆਦਿ ਅਜਿਹੇ ਹੀ ਪ੍ਰਯੋਗ ਹਨ। ਦੇਵ ਨੇ ਲੋਕ ਗਾਥਾਵਾਂ ਦੀ ਰਚਨਾ ਲਈ ਹੋਰ ਛੰਦਾਂ ਦੇ ਨਾਲ ਕਲੀ ਛੰਦ ਦਾ ਪ੍ਰਯੋਗ ਕੀਤਾ ਹੈ। ਉਹਦੀਆਂ ਲਿਖੀਆਂ ਕਲੀਆਂ ਦੀ ਗਿਣਤੀ ਭਾਵੇਂ ਬਹੁਤੀ ਜ਼ਿਆਦਾ ਨਹੀਂ, ਪਰ ਫਿਰ ਵੀ ਜ਼ਿਕਰਯੋਗ ਜ਼ਰੂਰ ਹੈ। ਇਹਨਾਂ ਕਲੀਆਂ ਦੀ ਰਚਨਾ ਲਈ ਉਹਨੇ ਪਰੰਪਰਿਕ ਕਾਵ ਤੋਂ ਕਾਫੀ ਸੇਧਾਂ ਲਈਆਂ ਹਨ। ਪੁਰਾਣੇ ਕਵੀਸ਼ਰ ਕਲੀਕਾਰਾਂ ਦੀਆਂ ਰਚਨਾਵਾਂ ਨੂੰ ਵਾਚਿਆ ਹੈ। ਇਸ ਸੰਬੰਧੀ ਪੰਜਾਬੀ ਦੇ ਵਿਦਵਾਨ ਖੋਜੀ ਡਾਕਟਰ ਅਜਮੇਰ ਸਿੰਘ ਨੇ ਆਪਣੀ ਪੁਸਤਕ ਕਲੀ ਛੰਦ ਨਿਕਾਸ ਤੇ ਵਿਕਾਸ ਵਿੱਚ ਕਲੀਕਾਰ ਦੇਵਥਰੀਕਿਆਂ ਵਾਲੇ ਬਾਰੇ ਲਿਖਿਆ ਹੈ। ਹਰਦੇਵ ਨੇ ਕਵੀਸ਼ਰੀ ਦੇ ਪਰੰਪਰਾਜਨਕ ਛੰਦਾਂ ਵਿਸ਼ੇਸ਼ ਕਰਕੇ ਕਲੀ ਨੂੰ ਅਪਣਾਇਆ। ਇਹਨੇ ਕਲੀ ਦੀ ਆਤਮਾ ਨੂੰ ਅਨੁਭਵ ਕੀਤਾ ਹੈ ਤੇ ਉਹਦੇ ਸੁਭਾਅ ਨੂੰ ਸਮਝਿਆ ਹੈ। ਉਹਨੇ ਪੂਰਬਲੇ ਉਸਤਾਦ ਕਲੀਕਾਰਾਂ ਦੀਆਂ ਰਚਨਾਵਾਂ ਦਾ ਭਰਪੂਰ ਲਾਭ ਉਠਾਇਆ ਹੈ। ਵਿਸ਼ੇਸ਼ ਕਰਕੇ ਹਜ਼ੂਰਾ ਸਿੰਘ ਦੀਆਂ ਕਲੀਆਂ ਦਾ ਰੰਗ ਤੇ ਟਹਿਕ ਇਹਦੀਆਂ ਕਲੀਆਂ ਵਿੱਚ ਸਾਫ਼ ਟਪਕਦੀ ਹੈ। ਉਹਦੀਆਂ ਕਲੀਆਂ ਵਿੱਚ ਮੌਲਿਕ ਰੰਗ ਵੀ ਮਿਲਦਾ ਹੈ। ਕਈ ਥਾਂ ਉਹ ਪੂਰਬਲੇ ਕਲੀਕਾਰਾਂ ਤੋਂ ਵੀ ਕਦਮ ਅੱਗੇ ਗਿਆ ਹੈ।
ਛੰਦ ਵਿਧਾਨ ਦੇ ਪੱਖੋਂ ਉਹਦੀਆਂ ਕਲੀਆਂ ਕਾਫੀ ਹੱਦ ਤੱਕ ਪ੍ਰਮਾਣਿਕਤਾ ਦੇ ਨੇੜੇ ਤੇੜੇ ਹਨ। ਇੱਥੇ ਅਸੀਂ ਉਹਦੀਆਂ ਕੁਝ ਕਲੀਆਂ ਦਾ ਛੰਦ ਵਿਧਾਨ ਪੱਖੋਂ ਵਿਸ਼ਲੇਸ਼ਣ ਕਰਾਂਗੇ। ਇਸ ਤੋਂ ਪਹਿਲਾਂ ਵਿਦਵਾਨਾਂ ਵੱਲੋਂ ਦਿੱਤੇ ਗਏ ਕਲੀ ਛੰਦ ਵਿਧਾਨ ਦਾ ਇੱਥੇ ਵਰਣਨ ਕਰਨਾ ਉਚਿਤ ਹੋਏਗਾ। ਕਲੀ ਇੱਕ ਮਾਤਰਿਕ ਛੰਦ ਹੈ। ਇਹਦਾ ਇੱਕ ਚਰਨ 2 ਸਤਰਾਂ ਦਾ ਹੁੰਦਾ ਹੈ। ਦੋਹਾਂ ਸਤਰਾਂ ਵਿੱਚ ਇੱਕ ਇੱਕ ਵਿਰਾਮ ਹੁੰਦਾ ਹੈ। ਇੱਕ ਚਰਨ ਵਿੱਚ 46 ਮਾਤਰਾ ਮੰਨੀਆਂ ਜਾਂਦੀਆਂ ਹਨ। ਪਹਿਲੀ ਸਤਰ ਵਿੱਚ 25 ਜਾਂ 24 ਤੇ ਦੂਜੀ 'ਚ 21 ਜਾਂ 22। ਆਮ ਤੌਰ ਤੇ ਕਲੀ ਦੇ 7 ਤੋਂ 10 ਚਰਨ ਹੁੰਦੇ ਹਨ, ਪਰ ਕਈ ਵਾਰ ਵੱਧ ਘੱਟ ਵੀ ਹੋ ਸਕਦੇ ਹਨ। ਕਵੀ ਗੁਰਦਿੱਤ ਸਿੰਘ ਖੜਗ ਅਨੁਸਾਰ ਗਿਣ ਕੇ ਧਰਦੇ ਤੂੰ ਵਿਸ਼ਰਾਮ 24-25 ਦਾ, ਪਿੱਛੋਂ ਫਿਰ 21-22 ਦਾ ਧਰਦੇ। ਵਿਦਵਾਨਾਂ ਨੇ ਮਾਤਰਾ ਦੇ ਆਧਾਰ ਤੇ ਕਲੀ ਦੇ 3 ਭੇਦ ਕੀਤੇ ਹਨ। ਪਹਿਲੀ ਸੁੱਚੀ ਕਲੀ, ਦੂਜਾ ਰੂਪੀ ਕਲੀ ਤੇ ਤੀਜਾ ਅੰਬਾ ਕਲੀ। ਸੁੱਚੀ ਕਲੀ ਨੂੰ ਕਲੀ ਦਾ ਸ਼ੁੱਧ ਜਾਂ ਸੁੱਚਾ ਰੂਪ ਮੰਨਿਆ। ਇਹਦੀਆਂ 46 ਮਾਤਰਾ ਹੁੰਦੀਆਂ। ਰੂਪਾ ਕਲੀ 46 ਤੋਂ ਘੱਟ ਮਾਤਰਾ ਵਾਲੀ ਰੂਪਾ ਕਲੀ ਮੰਨੀ ਜਾਂਦੀ ਹੈ। ਅੰਬਾ ਕਲੀ 46 ਤੋਂ ਵੱਧ ਮਾਤਰਾ ਵਾਲੀ ਕਲੀ ਨੂੰ ਅੰਬਾ ਕਲੀ ਕਿਹਾ ਜਾਂਦਾ ਹੈ। ਵਿਦਵਾਨਾਂ ਦੀ ਖੋਜ ਅਨੁਸਾਰ ਬਹੁਤ ਘੱਟ ਕਲੀਕਾਰਾਂ ਨੇ ਉਪਰੋਕਤ ਛੰਦ ਵਿਧਾਨ ਦਾ ਸਖਤੀ ਨਾਲ ਪਾਲਣ ਕੀਤਾ ਹੈ। ਆਮ ਤੌਰ ਤੇ ਕਲੀਕਾਰ ਕਾਫੀ ਢਿੱਲ ਲੈ ਜਾਂਦੇ ਹਨ। ਮਾਤਰਾ ਦੀ ਗਿਣਤੀ 37-38 ਤੋਂ ਲੈ ਕੇ 58-59 ਤੱਕ ਦੀ ਚਲੀ ਜਾਂਦੀ ਹੈ। ਉਕਤ ਛੰਦ ਵਿਧਾਨ ਅਨੁਸਾਰ ਅਸੀਂ ਦੇਵ ਦੀ ਪ੍ਰਸਿੱਧ ਕਲੀ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੈ ਹੀਰਦੀ ਦਾ ਵਿਸ਼ਲੇਸ਼ਣ ਕਰਦੇ ਹਾਂ। ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੈ ਹੀਰ ਦੀ 28 ਮਾਤਰਾ। ਔਲੇ ਦੇਖ ਗੋਰਖਾ ਉੱਡਦੀ ਓ ਫੁਲਕਾਰੀ 25 ਮਾਤਰਾ। ਗੁੱਜੀ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ 25। ਧੀਓ ਚੂਚਕਦੀ ਹੈ ਸਾਹਾਂ ਤੋਂ ਪਿਆਰੀ 25। ਇਸੇ ਤਰ੍ਹਾਂ ਦੇਵ ਦੀਆਂ ਹੋਰ ਕਲੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਦਾ ਹੈ ਕਿ ਦੇਵ ਦੀਆਂ ਕਲੀਆਂ ਅੰਬਾ ਕਲੀ ਕਿਸਮ ਦੀਆਂ ਕਲੀਆਂ ਹਨ, ਕਿਉਂਕਿ ਇਹ ਗਾਉਣ ਲਈ ਹੀ ਲਿਖੀਆਂ ਗਈਆਂ ਹਨ। ਇਸ ਲਈ ਗਾਇਕੀ ਦੀ ਲੋੜ ਅਨੁਸਾਰ ਗਾਇਕਾਂ ਨੇ ਸ਼ਬਦ ਦੇ ਦਬਾਅ ਤੇ ਲਮਕਾਅ 'ਚ ਪੂਰੀ ਖੁੱਲ੍ਹ ਲਈ ਹੈ। ਦੇਵ ਨੇ ਖੁਦ ਵੀ ਲਿਖਤ ਵਿੱਚ ਟਿਕਵੀਂ ਖੁੱਲ੍ਹੀ ਤੇ ਲੰਮੀ ਬਹਿਰ ਨੂੰ ਹੀ ਤਰਜੀਹ ਦਿੱਤੀ ਹੈ। ਤੁੰਬੀ ਤੇ ਢੋਲਕ ਜਿਹੇ ਲੋਕ ਸਾਜ਼ਾਂ ਨਾਲ ਕਲੀਆਂ ਦੀ ਪੇਸ਼ਕਾਰੀ ਇੱਕ ਨਵਾਂ ਤਜਰਬਾ ਸੀ ਜੋ ਬੇਹੱਦ ਸਫਲ ਰਿਹਾ। ਇਸ ਸਫਲਤਾ ਨੇ ਦੇਵ ਦੇ ਨਾਂ ਤੇ ਕਲੀਕਾਰ ਦਾ ਠੱਪਾ ਲਾ ਦਿੱਤਾ। ਪਹਿਲਾਂ ਤਵਿਆਂ ਵਿੱਚ ਤੇ ਪਿੱਛੋਂ ਕੈਸਟਾਂ ਵਿੱਚ ਰਿਕਾਰਡ ਹੋ ਕੇ ਇਹ ਕਲੀਆਂ ਪੰਜਾਬ ਦੇ ਪਿੰਡਾਂ ਵਿੱਚ ਘਰ ਘਰ ਪਹੁੰਚ ਗਈਆਂ। ਤਰੀਕਿਆਂ ਵਾਲਾ ਦੇਵ ਲੋਕਾਂ ਦਾ ਮਹਿਬੂਬ ਗੀਤਕਾਰ ਬਣ ਗਿਆ। ਪੰਜਾਬੀ ਲੋਕ ਗਾਇਕੀ ਦੇ ਇਤਿਹਾਸ ਵਿੱਚ ਕਲੀਆਂ ਦਾ ਇਹ ਸਮਾਂ ਇੱਕ ਸੁਨਹਿਰੀ ਪੰਨੇ ਵਜੋਂ ਹਮੇਸ਼ਾ ਅੰਕਿਤ ਰਹੇਗਾ। ਭਵਿੱਖ ਵਿੱਚ ਜਦੋਂ ਵੀ ਗਾਇਕੀ ਦੀ ਗੱਲ ਚੱਲੇਗੀ ਤਾਂ ਕਲੀਕਾਰ ਦੇਵ ਤਰੀਕਿਆਂ ਵਾਲੇ ਦਾ ਜ਼ਿਕਰ ਜ਼ਰੂਰ ਹੋਏਗਾ। ਇਸ ਖੇਤਰ ਵਿੱਚ ਦੇਵ ਨੇ ਆਪਣੀ ਕਲਮ ਨੂੰ ਹੋਰ ਚਲਾਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਦਾ ਕਲੀ ਭੰਡਾਰ ਹੋਰ ਵਿਸ਼ਾਲ ਹੋ ਸਕੇ।